ਕਿਰਪਾ ਕਰੋ ਦੀਨ ਕੇ ਦਾਤੇ। ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ। ਮਾਨਸ ਕੀ ਗਤ ਹੀ। ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿੰਨਾਂ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਸਤਸੰਗੀ ਜਨੋ। ਅਸੀਂ ਅਤ ਧੰਨਤਾ ਦੇ ਪਾਤਰ ਹਾਂ, ਜੋ ਇਸ ਆਪਣੇ ਸਮੇਂ ਦੀਆਂ ਮੁਸ਼ਕਲ ਘੜੀਆਂ ਨੂੰ ਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਰੱਖਿਆ ਹੈ, ਤਾਂ ਜੋ ਸਾਡੇ ਜੋ ਮਾੜੇ ਕਰਮ ਨੇ, ਜੋ ਸਾਡੇ ਮਨ ਦੇ ਅੰਦਰ ਮਾੜੀਆਂ ਵਿਚਾਰਾਂ ਨੇ, ਸਤਿਗੁਰੂ ਜੀ ਉਹਨਾਂ ਨੂੰ ਦੂਰ ਕਰ ਰਹੇ ਨੇ। ਕਿਉਂਕਿ ਸਤ ਸੰਗਤ ਵਿੱਚ ਉਹੀ ਆ ਸਕਦਾ ਜਿਸ ਦੇ ਭਾਗ ਵੱਡੇ ਹੋਣ। ਨਹੀਂ ਤਾਂ ਦੇਖਿਆ ਜਾਂਦਾ ਹੈ ਕਿ ਸਤ ਸੰਗਤ ਵਿੱਚ ਆ ਕਰਕੇ ਵੀ ਮਨੁੱਖ ਉਸ ਗੁਰੂ ਨਾਲ ਨਹੀਂ ਜੁੜਦਾ। ਕਿਉਂ ਨਹੀਂ ਜੁੜਦਾ? ਕਿਉਂਕਿ ਉਸ ਦਾ ਮਨ ਅੰਦਰੋਂ ਸ਼ੁੱਧ ਹੀ ਨਹੀਂ ਹੈ। ਕਿਤੇ ਅਸੀਂ ਵੀ ਨਾ ਇਹ ਹੋਈਏ ਕਿ ਸਤ ਸੰਗਤ ਵਿੱਚ ਆ ਕੇ ਉਸ ਗੁਰੂ ਨਾਲ ਆਪਣਾ ਮਨ ਨਾ ਜੋੜੀਏ। ਸੋ ਗੁਰੂ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਸਤਸੰਗੀ ਜਨੋ। ਕਥਾ ਵਿਚਾਰ ਆਰੰਭਣ ਤੋਂ ਪਹਿਲਾਂ ਸਤਿਗੁਰਾਂ ਪਾਸੋਂ ਬਖਸ਼ੀ ਫਤਿਹ ਨੂੰ ਬਚਾਉਣਾ ਕਰੀਏ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਮਾਂ ਦੁਨੀਆ ਦੀ ਉਹ ਚੀਜ਼ ਆ, ਜੇ ਕਿਤੇ ਬੱਚੇ ਨੂੰ ਮਾਂ ਤੋਂ ਅਲੱਗ ਕੀਤਾ ਜਾਵੇ ਤੇ ਬੱਚਾ ਰੋਣ ਲੱਗ ਜਾਂਦਾ। ਹਲੇ ਬੱਚਾ ਛੋਟਾ, ਹਲੇ ਜਨਮ ਲਿਆ ਉਸਨੇ, ਪਰ ਉਸਨੂੰ ਪਤਾ ਕਿ ਮੈਂ ਇਸ ਮਾਂ ਦਾ ਦੁੱਧ ਪੀਤਾ, ਮੈਨੂੰ ਇਸਨੇ ਜਨਮ ਦਿੱਤਾ। ਤੇ ਜੇ ਉਸਨੂੰ ਮਾਂ ਤੋਂ ਦੂਰ ਕਰ ਦਿੱਤਾ ਜਾਵੇ ਤੇ ਬੱਚਾ ਰੋਣ ਲੱਗ ਜਾਂਦਾ। ਕਹਿੰਦੇ ਮਾਂ ਦਾ ਪਿਆਰ ਹੀ ਇੰਨਾ, ਜੇ ਬੱਚਾ ਮੁੜ ਕੇ ਵਾਪਸ ਉਹਨਾਂ ਨੂੰ ਪਕੜਾ ਦਵੋ, ਮਾਂ ਨੂੰ ਪਕੜਾ ਦਵੋ, ਤੇ ਕਹਿੰਦੇ ਉਸ ਦੇ ਅੰਦਰ ਮਾਂ ਦੀ ਮਮਤਾ ਇੰਨੀ ਹੁੰਦੀ ਆ ਕਿ ਉਹ ਬੱਚਾ ਚੁੱਪ ਹੋ ਜਾਂਦਾ। ਪਰ ਮਾਂ ਦੁਨੀਆ ਦੀ ਅਨੋਖੀ ਚੀਜ਼ ਆ। ਜੇ ਕਿਤੇ ਸੰਸਾਰ ਅੰਦਰ ਮਾਂ ਬਾਪ ਨਾ ਹੁੰਦੇ ਤੇ ਮਨੁੱਖ ਨੇ ਇਸ ਧਰਤੀ ਦੇ ਉੱਪਰ ਜਨਮ ਹੀ ਨਹੀਂ ਸੀ ਲੈਣਾ, ਇਨਸਾਨ ਨੇ। ਕਿਉਂਕਿ ਮਾਂ ਦਾ ਪਿਆਰ ਹੀ ਬੱਚੇ ਨੂੰ ਵਧਾਉਂਦਾ ਹੈ। ਪਰ ਇੱਕ ਗੱਲ ਸਮਝਿਓ ਕਿ ਜਦੋਂ ਤਾਂ ਬੱਚਾ ਛੋਟਾ ਹੈ ਉਦੋਂ ਤੱਕ ਕਹਿ ਦਿੰਦਾ ਕਿ ਮਾਂ ਮੇਰੀ ਆ, ਕਿ ਮਾਂ ਮੇਰੀ ਆ। ਪਰ ਜਦੋਂ ਉਹੀ ਗੱਲ ਵਿਆਹ ਹੋਣ ਤੋਂ ਬਾਅਦ ਉਸ ਨੂੰ ਪਤਾ ਲੱਗਦੀ ਹੈ ਤੇ ਕੁਝ ਸਮੇਂ ਬਾਅਦ ਜਦੋਂ ਉਸ ਦੇ ਘਰ ਔਲਾਦ ਹੁੰਦੀ ਹੈ ਤਾਂ ਉਹ ਆਪਣੀ ਮਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੰਦਾ। ਪਹਿਲੋਂ ਤਾਂ ਬੜੀਆਂ ਰੀਝਾਂ ਨਾਲ ਕਹਿੰਦਾ ਕਿ ਮਾਂ ਮੇਰੀ ਆ, ਜਦੋਂ ਬਾਹਰ ਧੱਕੇ ਮਾਰ ਕੇ ਕੱਢਦਾ ਉਦੋਂ ਅੱਖ ਚੋਂ ਇੱਕ ਹੰਝੂ ਵੀ ਨਹੀਂ ਛਿੜਦਾ ਕਿ ਮਾਂ ਨੇ ਮੈਨੂੰ ਜਨਮ ਵੀ ਦਿੱਤਾ। ਕਿਉਂਕਿ ਮਾਂ ਹੀ
ਬੱਚੇ ਨੂੰ ਪੈਦਾ ਕਰਦੀ ਹੈ, ਜੋ ਆਪਣੇ ਪੇਟ ਦੇ ਅੰਦਰ, ਆਪਣੇ ਗਰਭ ਦੇ ਅੰਦਰ ਬੱਚੇ ਨੂੰ ਰੱਖਦੀ ਹੈ ਤੇ ਉਸ ਦੀ ਪਾਲਣ ਪੋਸ਼ਣ ਵੀ ਕਰਦੀ ਹੈ। ਪਰ ਅਨੇਕਾਂ ਤਰ੍ਹਾਂ ਦੇ ਉਦਾਹਰਨਾਂ ਸਾਡੇ ਸਾਹਮਣੇ ਆ ਜਾਂਦੀਆਂ ਨੇ ਕਿ ਇੱਕ ਬੱਚੇ ਨੇ ਆਪਣੀ ਮਾਂ ਦੇ ਨਾਲ ਲੜਾਈ ਕੀਤੀ, ਉਸ ਨੂੰ ਮੰਦਾ ਬੋਲਿਆ, ਪਰ ਜਦੋਂ ਇਹ ਪਾਪ ਕਮਾ ਲੈਂਦਾ ਮੰਦੇ ਬੋਲ ਕੇ, ਗੁੱਸੇ ਵਿੱਚ ਅਨੇਕਾਂ ਹੀ ਉਸ ਨੂੰ ਮੰਦੇ ਸ਼ਬਦ ਬੋਲਦਾ ਤੇ ਬਾਪ ਨੂੰ ਵੀ ਮੰਦੇ ਸ਼ਬਦ ਬੋਲ ਦਿੰਦਾ। ਜੇ ਕਿਤੇ ਇੱਕ ਗੁਰਬਾਣੀ ਦੀ ਪੰਕਤੀ ਨੂੰ ਸਮਝ ਲੈਣ ਕਿ ਗੁਰਬਾਣੀ ਦੀ ਇੱਕ ਪੰਕਤੀ ਸਮਝ ਲੈਣ ਤੇ ਉਹ ਮਾਈ ਬਾਪ ਨਾਲ ਕਦੇ ਲੜੇਗਾ ਨਹੀਂ। ਸਤਿਗੁਰੂ ਜੀ ਸਮਝਾਉਣਾ ਕਰਦੇ ਨੇ, ਕਹਿੰਦੇ ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨਕੇ ਜਣੇ ਵਡੀਰੇ ਤੁਮ ਹੋ, 300 ਝਗੜਤ ਪਾਪ। ਕਹਿੰਦੇ ਉਹਨਾਂ ਨਾਲ ਲੜ ਕੇ ਤੂੰ ਪਾਪ ਤਾਂ ਕਮਾ ਲੈਣਾ। ਕਹਿੰਦੇ ਕਾਹੇ ਪੁੱਤ, ਕਹਿੰਦੇ ਕਿਉਂ ਪੁੱਤਰ ਜੀ ਝਗੜਤ ਹੋ ਸੰਗ ਬਾਪ, ਕਹਿੰਦੇ ਕਿਉਂ ਆਪਣੇ ਪਿਤਾ ਨਾਲ ਲੜਦਾ। ਜਿਨਕੇ ਜਣੇ ਵਡੀਰੇ ਤੁਮ ਹੋ, ਕਹਿੰਦੇ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ, ਵੱਡਿਆਂ ਕੀਤਾ, 300 ਝਗੜਤ ਪਾਪ, ਕਹਿੰਦੇ ਫਿਰ ਉਹਨਾਂ ਦੇ ਨਾਲ ਲੜ ਕੇ ਤੂੰ ਪਾਪ ਕਮਾ ਲੈਣਾ। ਮੈਂ ਆਪਣੀ ਗੱਲ ਤੇ ਵਾਪਸ ਆਵਾਂ। ਕਹਿੰਦੇ ਮਾਂ ਬਾਪ ਦਾ ਰਿਸ਼ਤਾ ਹੀ ਐਸਾ ਬਣਾ ਦਿੱਤਾ, ਜੇ ਬੱਚਾ ਗੁਨਾਹ ਕਰੇ ਨਾ, ਜੇ ਕੋਈ ਵੀ ਗੁਨਾਹ ਕਰੇ ਤੇ ਮਾਂ ਉਸ ਨੂੰ ਬਖਸ਼ ਲੈਂਦੀ ਆ। ਕਹਿੰਦੀ ਹੁਣ ਤੇਰੇ ਔਗਣਾਂ ਨੂੰ, ਜਿਹੜੇ ਗੁਨਾਹ ਨੂੰ, ਔਗਣਾਂ ਨੂੰ ਤੈਨੂੰ ਬਖਸ਼ ਲੈਨੀ ਆ, ਅੱਗੇ ਤੋਂ ਨਾ ਮਾੜੇ ਕਰਮ ਕਰੀ। ਤੇ ਗੁਰਬਾਣੀ ਵਿੱਚ ਵਚਨ ਆਉਂਦਾ, ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੇਤਨਾ ਰਾਖਸ ਚੇਤੇ। ਕਹਿੰਦੇ ਮਾਂ ਯਾਦ ਹੀ ਨਹੀਂ ਰੱਖਦੀ ਕਿ ਉਸਦੇ ਪੁੱਤਰ ਨੇ ਉਸ ਨੂੰ ਮੰਦੇ ਸ਼ਬਦ ਕਹੇ ਜਾਂ ਕੁਝ ਹੋਰ ਕਿਹਾ, ਕਿਉਂ ਨਹੀਂ ਚੇਤੇ ਰੱਖਦੀ। ਕਹਿੰਦੇ ਮਾਂ ਅੰਦਰ ਮਮਤਾ ਹੈ, ਪਿਆਰ ਹੈ, ਉਹ ਆਪਣੇ ਬੱਚੇ ਨੂੰ ਪਿਆਰ ਕਰਦੀ ਆ। ਤੇ ਕਹਿੰਦੇ ਜਦੋਂ ਮਾਂ ਆਪਣੇ ਪੇਟ ਵਿੱਚ ਤੈਨੂੰ 9 ਮਹੀਨੇ ਸਾਂਭ ਕੇ ਰੱਖਦੀ ਰਹੀ, ਕਹਿੰਦੇ ਜਦੋਂ ਤੂੰ ਇਸ ਸੰਸਾਰ ਅੰਦਰ ਜਨਮ ਲੈ ਲਿਆ, ਤੈਨੂੰ 12-13 ਸਾਲ ਤੈਨੂੰ ਸਾਂਭਿਆ, ਫਿਰ ਤੂੰ ਵੱਡਾ ਹੋ ਗਿਆ, ਫਿਰ ਤੂੰ ਆਪਣਾ ਆਪ ਸੰਭਾਲਣ ਜੋਗਾ ਹੋਇਆ। ਕਹਿੰਦੇ ਫਿਰ ਤੂੰ ਇਸ ਮਾਂ ਤੋਂ ਦੂਰ ਹੁੰਦਾ ਗਿਆ। ਘਰ ਲੇਟ ਆਉਣਾ, ਪਰ ਮਾਂ ਨੇ ਬੂਹੇ ਅੱਗੇ ਖੜ ਕੇ ਦੇਖਣਾ ਕਿ ਮੇਰਾ ਪੁੱਤਰ ਅੱਜ ਲੇਟ ਕਿਉਂ ਹੋ ਗਿਆ। ਜੇ ਪ੍ਰਸ਼ਾਦਾ ਛਕਣ ਦੀ ਗੱਲ ਆਉਂਦੀ ਹੈ, ਕਹਿੰਦੇ ਮਾਂ ਰੁਕ ਜਾਂਦੀ ਹੈ ਕਿ ਮੈਂ ਆਪਣੇ ਪੁੱਤਰ ਨਾਲ ਪ੍ਰਸ਼ਾਦਾ ਛਕਾਂਗੀ। ਤੇ ਜੇ ਉਹੀ ਪੁੱਤਰ ਮਾਂ ਨੂੰ ਝਿੜਕਾਂ ਦੇਵੇ, ਮਾਂ ਨੂੰ ਗਾਲਾਂ ਕੱਢੇ, ਤੇ ਫਿਰ ਕਹਿੰਦੇ ਉਹ ਤਾਂ ਤੈਨੂੰ ਸਾਂਭਦੀ ਰਹੀ, ਪਰ ਸੱਚ ਜਾਣੇ ਜੇ ਕਿਤੇ ਸਾਨੂੰ ਉਹੀ ਮਾਂ ਨੂੰ ਬੱਚੇ ਨੂੰ ਸਾਂਭਣਾ ਪੈ ਜਾਵੇ ਨਾ ਵਡੇਪੇ ਦੇ ਮੌਕੇ, ਕਿਉਂਕਿ 3 ਚੀਜ਼ਾਂ ਬੰਦੇ ਤੇ ਆ ਕੇ ਰਹਿੰਦੀਆਂ ਨੇ। ਜਵਾਨੀ, ਵਡੇਪਾ ਤੇ ਬਚਪਨ ਤਾਂ ਬੱਚੇ ਤੇ ਸ਼ੁਰੂ ਤੋਂ ਆਉਂਦਾ, ਫਿਰ ਜਵਾਨੀ ਆਉਂਦੀ ਤੇ ਫਿਰ ਵਡੇਪਾ ਕਹਿੰਦੇ ਆ ਕੇ ਹੀ ਰਹਿੰਦਾ, ਹਰੇਕ ਮਨੁੱਖ ਤੇ ਆਉਣਾ। ਕਹਿੰਦੇ ਜੇ ਉਹੀ ਬੁੱਢੀ ਹੋਈ ਮਾਂ ਨੂੰ ਹੀ ਨਹੀਂ ਸਾਂਭਿਆ, ਤੇ ਕਹਿੰਦੇ ਜਦੋਂ ਬੁੱਢੇ ਹੋਣ ਦੀ ਗੱਲ ਆਉਂਦੀ ਹੈ, ਜੇ ਤੂੰ ਉਸ ਨੂੰ ਸਾਂਭਣ ਦੀ ਗੱਲ ਕਰਦਾ ਨਾ, ਕਹਿੰਦੇ ਜਦੋਂ ਤਾਂ ਉਹਨੇ ਤੈਨੂੰ 9 ਮਹੀਨੇ ਪੇਟ 'ਚ ਰੱਖਿਆ, ਜੇ ਤੈਨੂੰ 1 ਮਹੀਨਾ ਵੀ ਤੈਨੂੰ ਸਾਂਭਣਾ ਪੈ ਜਾਵੇ ਨਾ, ਕਹਿੰਦੇ ਫਿਰ ਤੂੰ ਉਹਨੂੰ ਚਿਤਾਰਦਾ ਵੀ ਮੈਂ ਤੈਨੂੰ ਸਾਂਭੀ ਬੈਠਾ, ਪਤਾ ਨਹੀਂ ਕਿਹੜੇ ਹਿਸਾਬ ਨਾਲ ਤੈਨੂੰ ਮੈਂ ਮਾਤਾ ਸਾਂਭੀ ਬੈਠਾ।
ਪਰ ਮਾਤਾ ਕਹਿੰਦੀ ਪੁੱਤ ਤੈਨੂੰ ਤਾਂ ਮੈਂ 9 ਮਹੀਨੇ ਪੇਟ 'ਚ ਰੱਖਿਆ, ਮੈਂ ਤੈਨੂੰ ਇੱਕ ਵਾਰੀ ਨਹੀਂ ਕਿਹਾ ਕਿ ਮੈਂ ਤੈਨੂੰ ਆਪਣੇ 9 ਮਹੀਨੇ ਪੇਟ 'ਚ ਰੱਖ ਕੇ ਵੀ ਤੈਨੂੰ ਸਾਂਭੀ ਬੈਠੀ ਆ। ਇੱਕ ਕਵੀ ਨੇ ਮਾਂ ਬਾਰੇ ਬੜਾ ਸੋਹਣਾ ਲਿਖਿਆ। ਉਹ ਕਲਮ ਚੱਕਦਾ ਤੇ ਕੋਰੇ ਕਾਗਜ਼ ਦੀ ਹਿੱਕ ਉੱਪਰ ਲਿਖਦਾ, ਮਾਂ ਵਰਗਾ ਘਣਸ਼ਾਵਾਂ ਬੂਟਾ ਮੈਨੂੰ ਜੱਗ ਤੇ ਨਜ਼ਰ ਨਾ ਆਵੇ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ। ਬਾਕੀ ਕੁੱਲ ਦੁਨੀਆ ਦੇ ਬੂਟੇ ਜੜ ਸੁੱਕਿਆਂ ਸੁੱਕ ਜਾਂਦੇ, ਐ ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਵੇ। ਅੱਗੇ 2 ਸਤਰਾਂ ਹੋਰ ਲਿਖਦਾ, ਕਹਿੰਦਾ ਛਾਵਾਂ ਤੇ ਲੱਖਾਂ ਦੇਖੀਆਂ ਨੇ ਪਰ ਵੋਢ ਵਰਗੀ ਕੋਈ ਛਾਂ ਨਹੀਂ, ਲੱਖ ਹੋਵਣ ਚਾਚੀਆਂ ਤਾਈਆਂ ਪਰ ਮਾਂ ਵਰਗੀ ਕੋਈ ਮਾਂ ਨਹੀਂ। ਪਿਆਰ ਵਾਲੇ ਤਾਂ ਗੱਲ ਨੂੰ ਸਮਝਿਓ ਕਿ ਮਾਂ ਦੀ ਵਡਿਆਈ ਕੀਤੀ ਗਈ ਆ। ਕਵੀ ਨੇ ਆਪਣੀ ਕਲਮ ਨਾਲ ਲਿਖਿਆ, ਕਹਿੰਦੇ ਮਾਂ ਵਰਗਾ ਘਣਸ਼ਾਵਾਂ ਬੂਟਾ ਮੈਨੂੰ ਜੱਗ ਤੇ ਨਜ਼ਰ ਨਾ ਆਵੇ। ਘਣਸ਼ਾਵਾਂ ਹੁੰਦਾ ਕਿ ਸੰਘਣਾ, ਇੰਨਾ ਪਿਆਰ ਦੇਣ ਵਾਲਾ। ਕਹਿੰਦੇ ਮਾਂ ਤੋਂ ਬਿਨਾਂ ਮੈਨੂੰ ਇਸ ਸੰਸਾਰ ਅੰਦਰ ਕੋਈ ਜਾਪਿਆ ਹੀ ਨਹੀਂ। ਚਾਹੇ ਬੱਚਾ ਕਿੰਨਾ ਵੀ ਸ਼ਰਾਬੀ ਹੋਵੇ, ਕਿੰਨਾ ਵੀ ਨਲਾਇਕ ਹੋਵੇ, ਪਰ ਮਾਂ ਨੂੰ ਤਾਂ ਆਪਣਾ ਪੁੱਤਰ ਸੁੰਦਰ ਲੱਗਦਾ, ਸੋਹਣਾ ਲੱਗਦਾ, ਸਮਝਦਾਰ ਲੱਗਦਾ, ਕਿਉਂਕਿ ਮਾਂ ਅੰਦਰ ਮਮਤਾ ਜਾਗਦੀ ਆ। ਤੇ ਉਸ ਕਵੀ ਨੇ ਲਿਖਿਆ, ਕਹਿੰਦੇ ਮਾਂ ਵਰਗਾ ਘਣਸ਼ਾਵਾਂ ਬੂਟਾ ਮੈਨੂੰ ਜੱਗ ਤੇ ਨਜ਼ਰ ਨਾ ਆਵੇ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ। ਕਹਿੰਦੇ ਮਾਂ ਤੋਂ ਕਹਿੰਦੇ ਉਸਨੇ ਸਵਰਗ ਬਣਾਏ ਨੇ, ਪ੍ਰਮਾਤਮਾ ਨੇ। ਕਹਿੰਦੇ ਮਾਂ ਦਾ ਰੁਤਬਾ ਇੰਨਾ ਉੱਚਾ ਕਰ ਦਿੱਤਾ ਕਿ ਮਾਂ ਦੇ ਪੈਰਾਂ ਦੇ ਥੱਲੇ ਕਹਿੰਦੇ ਰੱਬ ਵਸਦਾ। ਕਿਉਂ ਰੱਬ ਵਸਦਾ? ਕਹਿੰਦੇ ਜੇ ਮਾਂ ਨੂੰ ਹੀ ਧਰਕਾਰਾ ਮਾਰੇਗਾ ਨਾ ਤੇ ਰੱਬ ਤੋਂ ਵੀ ਦੂਰ ਹੋ ਜਾਵੇਗਾ। ਜੇ ਮਾਂ ਨੂੰ ਹੀ ਬੋਲੀ ਜਾਵੇਗਾ ਤੇ ਕਹਿੰਦੇ ਉਸ ਪ੍ਰਮਾਤਮਾ ਤੋਂ ਵੀ ਤੂੰ ਦੂਰ ਹੋ ਜਾਵੇਗਾ। ਮਾਂ ਵਰਗਾ ਘਣਸ਼ਾਵਾਂ ਬੂਟਾ ਮੈਨੂੰ ਜੱਗ ਤੇ ਨਜ਼ਰ ਨਾ ਆਵੇ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ। ਤੇ ਫਿਰ ਗੱਲ ਇੰਨੀ ਕਮਾਲ ਦੀ ਲਿਖਦਾ, ਕਹਿੰਦਾ ਬਾਕੀ ਕੁੱਲ ਦੁਨੀਆ ਦੇ ਬੂਟੇ ਜੜ ਸੁੱਕਿਆਂ ਸੁੱਕ ਜਾਂਦੇ, ਐ ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਵੇ। ਇਹ ਗੱਲ ਕਵੀ ਨੇ ਬਹੁਤ ਭਾਵਨਾ ਵਿੱਚ ਲਿਖੀ ਆ ਕਿ ਬਾਕੀ ਕੁੱਲ ਦੁਨੀਆ ਦੇ ਬੂਟੇ, ਕਹਿੰਦੇ ਜੋ ਸੰਸਾਰ ਵਿੱਚ ਬਨਸਪਤੀ ਜੋ ਬੂਟੇ ਉੱਗੇ ਨੇ, ਕਹਿੰਦੇ ਇਹਦੀ ਜੜ ਵੱਢਦੇ ਹੋਏ ਸੁੱਕ ਜਾਂਦੇ ਨੇ। ਕਹਿੰਦੇ ਮਾਂ ਇੱਕ ਐਸਾ ਬੂਟਾ, ਜੇ ਇਸ ਦੇ ਫੁੱਲਾਂ ਨੂੰ, ਇਸ ਦੇ ਬੱਚਿਆਂ ਨੂੰ ਕੁਝ ਹੋ ਜਾਵੇ, ਇਹ ਮਾਂ ਆਪ ਸੁੱਕ ਜਾਂਦੀ ਆ। ਇਸ ਸੰਸਾਰ ਅੰਦਰ ਕਹਿੰਦੇ ਮਾਂ ਦਾ ਰੁਤਬਾ ਹੀ ਇੰਨਾ ਉੱਚਾ ਕਰ ਦਿੱਤਾ ਕਿ ਬੱਚੇ ਨੂੰ ਮਾਂ ਦੇ ਨਾਲ ਪਿਆਰ ਤਾਂ ਹੈ, ਪਰ ਉਸ ਤੋਂ ਦੂਰ ਹੋ ਕੇ ਪਿਆਰ ਗਵਾ ਬੈਠਦਾ। ਕਹਿੰਦੇ ਇੱਕ ਮਾਤਾ ਨੇ ਸੁੱਖ ਕੇ ਪਰਮਾਤਮਾ ਅੱਗੇ ਅਰਦਾਸਾਂ ਕਰਕੇ ਇੱਕ ਪੁੱਤਰ ਦੀ ਦਾਤ ਪ੍ਰਾਪਤ ਕੀਤੀ। ਤੇ ਫਿਰ ਕੀ ਹੋਇਆ? ਕਹਿੰਦੇ ਜਦੋਂ ਬੱਚਾ ਖੇਡਦਾ, ਕਿਤੇ ਸੱਟ ਵੱਜਦੀ ਹੈ ਤੇ ਘਰ ਮਾਂ ਵੱਲ ਭੱਜਦਾ ਤੇ ਮਾਂ ਨੂੰ ਆ ਕੇ ਦੱਸਦਾ ਕਿ ਮਾਤਾ ਮੇਰੇ ਸੱਟ ਵੱਜੀ। ਜੇ ਕਿਸੇ ਨਾਲ ਲੜਦਾ ਤੇ ਉਸ ਦੇ ਚੋਟ ਵੱਜਦੀ ਆ, ਸੱਟ ਵੱਜਦੀ ਆ, ਤੇ ਮਾਂ ਨੂੰ ਕਹਿੰਦਾ ਮਾਂ ਅੱਜ ਮੇਰੇ ਸੱਟ ਵੱਜੀ ਆ, ਉਸ ਦੋਸਤ ਨੇ ਮੇਰੇ ਸੱਟ ਮਾਰੀ ਆ। ਤੇ ਮਾਂ ਉਸ ਨੂੰ ਮੱਥਾ ਚੁੰਮ ਕੇ ਕਹਿੰਦੀ ਕੋਈ ਨਹੀਂ ਪੁੱਤਰ, ਕੀ ਹੋਇਆ? ਅੱਜ ਉਹ ਤੇਰੇ ਮਾਰਦੇ ਨੇ, ਕੋਈ ਚੱਕਰ ਨਹੀਂ, ਆਪਾਂ ਕੁਛ ਨਹੀਂ ਕਹਿਣਾ। ਕਿਉਂਕਿ ਮਾਂ ਨੂੰ ਪਤਾ ਵਾ ਕਿ ਜੇ ਮੈਂ ਇਸ ਨੂੰ ਗਲਤ ਰਾਹ ਪਾਇਆ, ਕਿਤੇ ਮੇਰੇ ਹੱਥੋਂ ਨਾ ਨਿਕਲ ਜਾਵੇ। ਤੇ ਉਹ ਸੋਚਦਾ ਕਿ ਮੈਂ ਆਪਣੀ ਮਾਂ ਦੇ ਨਾਲ ਪਿਆਰ ਤਾਂ ਕਰਦਾ, ਪਰ ਮਾਂ ਮੈਨੂੰ ਕਿਤੇ ਗਲਤ ਰਸਤੇ ਤਾਂ ਨਹੀਂ ਭੇਜ ਰਹੀ
ਕਿ ਦੂਸਰੇ ਮੈਨੂੰ ਕੁੱਟ ਕੇ ਚਲੇ ਜਾਂਦੇ ਨੇ ਤੇ ਮਾਂ ਮੈਨੂੰ ਕਹਿੰਦੀ ਹੈ ਤੂੰ ਲੜਨਾ ਨਹੀਂ। ਕਹਿੰਦੇ ਕਿਸ ਤਰ੍ਹਾਂ ਹੋਇਆ? ਕੁਝ ਸਮਝਦਾਰ ਹੋਇਆ, ਵੱਡਾ ਹੋਇਆ, ਵਿਆਹੁਣ ਦੇ ਕਾਬਲੀਅਤ ਹੋਇਆ। ਕਹਿੰਦੇ ਉਸ ਨੂੰ ਵਿਆਹਿਆ ਗਿਆ ਤੇ ਫਿਰ ਉਸ ਦੀ ਲੜਾਈ ਹੋਈ, ਆਪਸ ਵਿੱਚ ਵਿਚਾਰਾਂ ਹੋਈਆਂ, ਲੜ ਪਿਆ ਤੇ ਕਹਿੰਦੇ ਉਸਨੇ ਦੂਸਰੇ ਦਾ ਕਤਲ ਕਰ ਦਿੱਤਾ, ਮਾਰ ਦਿੱਤਾ ਉਸ ਨੂੰ। ਪਰ ਮਾਂ ਦੇ ਅੱਖਾਂ 'ਚੋਂ ਹੰਝੂ ਉਤਰੇ। ਕਹਿੰਦੀ ਪੁੱਤ ਤੈਨੂੰ ਤਾਂ ਮੈਂ ਸਮਝਾਉਂਦੀ ਰਹੀ ਕਿ ਆਪਾਂ ਕਿਸੇ ਨਾਲ ਲੜਨਾ ਨਹੀਂ, ਕੋਈ ਮਾੜੀ ਸੰਗਤ ਨਹੀਂ ਕਰਨੀ। ਕਹਿੰਦੇ ਪੁੱਤ ਵੇ ਤੈਨੂੰ ਅਰਦਾਸਾਂ ਕਰ ਕਰ ਉਸ ਰੱਬ ਕੋਲੋਂ ਮੰਗਿਆ ਤੇ ਅੱਜ ਤੂੰ ਆਪ ਹੀ ਮੇਰੇ ਤੋਂ ਦੂਰ ਹੋ ਗਿਆ। ਕਹਿੰਦੇ ਤੇਰਾ ਵਿਛੋੜਾ ਮੇਰੇ ਤੋਂ ਜਰ ਨਹੀਂ ਹੋਣਾ। ਕਹਿੰਦਾ ਮਾਤਾ ਤੂੰ ਜੰਮਿਆ, ਤੇਰੀ ਜ਼ਿੰਮੇਵਾਰੀ ਸੀ, ਮੈਨੂੰ ਪਾਲਿਆ, ਤੇਰੀ ਜ਼ਿੰਮੇਵਾਰੀ ਬਣਦੀ ਸੀ। ਕਹਿੰਦਾ ਹੁਣ ਮੈਂ ਆਪਣੇ ਪੈਰਾਂ ਤੇ ਖੜਾ ਹੋ ਗਿਆ, ਮੈਨੂੰ ਚੰਗੇ ਮਾੜੇ ਦਾ ਪਤਾ ਕਿੱਦਾਂ ਕੀ ਕਰਨਾ। ਕਹਿੰਦੇ ਤੁਸੀਂ ਤਾਂ ਮੈਨੂੰ ਨਿਰਮਲ ਬਣਾ ਦਿੱਤਾ ਸੀ ਕਿ ਆਵੇ ਕੋਈ ਕੁੱਟ ਕੇ ਚਲੇ ਜਾਵੇ, ਕੁਝ ਨਹੀਂ ਕਹਿਣਾ। ਕਹਿੰਦੇ ਮੈਂ ਦੇਖ ਕਿੰਨਾ ਬਲਵਾਨ ਹੋ ਗਿਆ, ਅੱਜ ਮੇਰੇ ਨਾਲ ਖੈਬੜਿਆ, ਮੇਰੇ ਨਾਲ ਲੜਿਆ, ਮੈਂ ਅੱਜ ਉਸ ਨੂੰ ਮਾਰ ਦਿੱਤਾ। ਕਹਿੰਦੇ ਮੈਂ ਇੰਨਾ ਬਲਵਾਨ ਹੋ ਗਿਆ। ਕਹਿੰਦੀ ਪੁੱਤ ਇੰਨਾ ਬਲਵਾਨ ਤਾਂ ਹੋ ਗਿਆ ਪਰ ਤੂੰ ਗੁਰੂ ਜੀ ਦੀਆਂ ਨਜ਼ਰਾਂ 'ਚੋਂ ਡਿੱਗ ਪਿਆ, ਇੱਕ ਮਾਂ ਦੀਆਂ ਵੀ ਨਜ਼ਰਾਂ ਤੋਂ ਡਿੱਗ ਪਿਆ ਕਿ ਮੇਰਾ ਪੁੱਤਰ ਇਸ ਤਰ੍ਹਾਂ ਦਾ ਨਿਕਲੇਗਾ। ਜਦੋਂ ਮਾਂ ਦੀ ਗੱਲ ਆਉਂਦੀ ਹੈ, ਕਹਿੰਦੇ ਇੱਕ ਰਸਤੇ ਤੋਂ 4 ਦੋਸਤ ਆ ਰਹੇ ਨੇ, ਜੋ ਹੋਣੀ ਹੈ ਕਰਨੀ ਉਸ ਨੂੰ ਪਤਾ ਕਿ ਇਸ ਨਾਲ ਕੀ ਹੋਣਾ। ਤੇ ਕਹਿੰਦੇ ਹੋਣੀ ਰਾਹ ਵਿੱਚ ਖੜ ਜਾਂਦੀ ਹੈ ਤੇ ਰੋਜ਼ ਦੇਖਦੀ ਹੈ। ਉਹ ਚੋਂ ਜੋ ਬੱਚਾ ਹੈ ਉਹ ਵੀ ਦੇਖ ਰਿਹਾ ਹੋਣੀ ਵੱਲ, ਤੇ ਹੋਣੀ ਹੱਸ ਪੈਂਦੀ ਹੈ। ਬੱਚੇ ਨੂੰ ਲੱਗਿਆ ਕਿ ਇੰਨੀ ਖੂਬਸੂਰਤ ਔਰਤ ਇੱਕ ਰਾਜੇ ਦੀ ਲੜਕੀ ਲੱਗਦੀ ਹੈ। ਕਹਿੰਦੇ ਇੱਕ ਦਿਨ ਬੱਚਾ ਆਪਣੇ ਦੋਸਤਾਂ ਤੋਂ ਜਲਦੀ ਆ ਰਿਹਾ ਤੇ ਹੋਣੀ ਉਸ ਨੂੰ ਰਾਹ ਵਿੱਚ ਮਿਲਦੀ ਆ। ਰਾਹ ਵਿੱਚ ਮਿਲਣ ਤੋਂ ਬਾਅਦ ਉਸ ਨੂੰ ਪਤਾ ਲੱਗਦਾ ਕਿ ਇਹ ਰਾਜੇ ਦੀ ਲੜਕੀ ਆ, ਪਰ ਉਹ ਰਾਜੇ ਦੀ ਲੜਕੀ ਹੁੰਦੀ ਨਹੀਂ, ਉਹ ਉਸ ਦੀ ਮੌਤ ਹੁੰਦੀ ਹੈ ਜੋ ਉਸ ਨੂੰ ਉਹਦੇ ਹੱਥੋਂ ਉਹਦੀ ਮਾਂ ਦਾ ਕਤਲ ਕਰਵਾਉਂਦੀ ਆ। ਕਹਿੰਦੀ ਇਹ ਰਾਹੀ ਤੂੰ ਮੇਰੀ ਇੱਕ ਗੱਲ ਮੰਨੇਗਾ, ਮੈਂ ਤੇਰੇ ਨਾਲ ਵਿਆਹ ਤਾਂ ਕਰਾਵਾਂਗੀ ਜੇ ਤੂੰ ਮੇਰੀਆਂ ਸ਼ਰਤਾਂ ਨੂੰ ਕਬੂਲ ਕਰੇਗਾ। ਉਹ ਖੁਸ਼ ਹੁੰਦਾ ਸੁਣਦਾ ਵੀ ਕੋਈ ਰਾਜੇ ਦੀ ਲੜਕੀ ਮੇਰੇ ਨਾਲ ਵਿਆਹ ਕਰਾਵੇਗੀ। ਮੈਂ ਇੱਕ ਆਮ ਜਿਹਾ, ਜੇ ਮੇਰੇ ਨਾਲ ਵਿਆਹ ਹੋ ਗਿਆ ਤੇ ਰਾਜੇ ਤੋਂ ਬਾਅਦ ਗੱਦੀ ਦੇ ਉੱਪਰ ਮੈਂ ਹੋਵਾਂਗਾ। ਉਸਦੇ ਮਨ ਦੇ ਅੰਦਰ ਲਾਲਚ ਆਇਆ ਤੇ ਉਹ ਸੋਚਦਾ, ਕਹਿੰਦਾ ਚੱਲ ਆਪਣੀਆਂ ਸ਼ਰਤਾਂ ਬਤਾ, ਦੱਸ। ਉਹ ਕਹਿੰਦੀ ਪਹਿਲੀ ਸ਼ਰਤ, ਤੂੰ ਆਪਣੇ ਘਰ ਜਾਣਾ, ਕਿਸੇ ਤਿੱਖੀ ਚੀਜ਼ ਦੇ ਨਾਲ ਆਪਣੇ ਮਾਂ ਦਾ ਦਿਲ ਕੱਢ ਕੇ ਲੈ ਕੇ ਆਉਣਾ। ਕਹਿੰਦਾ ਦੂਸਰੀ, ਕਹਿੰਦਾ ਇੱਕ ਉਹਨੂੰ ਤੜਫਦੇ ਨੂੰ ਉਦਾਂ ਹੀ ਲੈ ਕੇ ਮੇਰੇ ਕੋਲ ਆਉਣਾ ਵਾ। ਕਹਿੰਦਾ ਦੂਸਰੀ ਸ਼ਰਤ, ਕਹਿੰਦੀ ਉੱਪਰੋਂ ਰੁਮਾਲ ਨਾਲ ਵੀ ਢੱਕ ਕੇ ਲੈ ਕੇ ਆਉਣਾ। ਤੇ ਕਹਿੰਦੀ ਫਿਰ ਮੈਂ ਤੇਰੇ ਨਾਲ ਵਿਆਹ ਕਰਵਾਵਾਂਗੀ। ਤੇ ਉਹ 2 ਸ਼ਰਤਾਂ ਸੁਣਦਾ ਤੇ ਚਲੇ ਜਾਂਦਾ ਤੇ ਮਾਂ ਨੂੰ ਬੜਾ ਖੁਸ਼ ਹੋ ਕੇ ਦੱਸਦਾ, ਕਹਿੰਦਾ ਮਾਂ ਮੈਨੂੰ ਰਸਤੇ ਵਿੱਚ ਇੱਕ ਆਉਂਦੇ ਨੂੰ ਰਾਜੇ ਦੀ ਬੇਟੀ ਮਿਲੀ ਆ। ਉਹ ਕਹਿੰਦੀ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਆ, ਪਰ ਉਸਨੇ 2 ਸ਼ਰਤਾਂ ਰੱਖੀਆਂ ਨੇ। ਕਹਿੰਦੀ ਪੁੱਤ ਸ਼ਰਤਾਂ ਦੱਸ ਕੀ, ਆਪਾਂ ਪੂਰੀਆਂ ਕਰ ਲੈਨੇ ਆ। ਕਹਿੰਦਾ ਮਾਂ ਫਿਰ ਇੱਕ ਕੰਮ ਕਰਨਾ ਪੁੱਤ, ਤੈਨੂੰ ਆਪਣਾ ਦਿਲ ਕੱਢ ਕੇ ਦੇਣਾ ਪੈਣਾ। ਕਹਿੰਦੇ ਜਦੋਂ ਮਾਂ ਨੇ ਇੰਨੀ ਗੱਲ ਸੁਣੀ, ਕਹਿੰਦੀ ਪੁੱਤ ਕੋਈ ਗੱਲ ਨਹੀਂ,
ਤੇਰਾ ਵਿਆਹ ਮੈਂ ਨਹੀਂ ਦੇਖ ਸਕਦੀ, ਕੋਈ ਗੱਲ ਨਹੀਂ ਹੈਗੀ, ਮੇਰੇ ਕਰਮਾਂ 'ਚ ਨਹੀਂ ਹੈ ਤੇਰਾ ਵਿਆਹ ਦੇਖਣਾ, ਤੂੰ ਮੇਰਾ ਦਿਲ ਕੱਢ। ਜੋ ਤੂੰ ਆਪਣੀ ਨਰਕ ਭੋਗ ਰਿਹਾ ਜ਼ਿੰਦਗੀਆਂ, ਇਸ ਤੋਂ ਤਾਂ ਬਾਹਰ ਨਿਕਲੇਗਾ, ਤੂੰ ਰਾਜਾ ਬਣੇਗਾ, ਤੈਨੂੰ ਦੁਨੀਆ ਜਾਣਨ ਲੱਗੂਗੀ। ਕਹਿੰਦੇ ਮਾਂ ਦਾ ਅੰਦਰੋਂ ਹਿਰਦਾ ਖਿੜਿਆ ਕਿ ਮੇਰਾ ਪੁੱਤਰ ਰਾਜਾ ਬਣੇਗਾ। ਤੇ ਕਹਿੰਦੇ ਉਹ ਬੱਚੇ ਨੇ ਰਤਾ ਵੀ ਨਹੀਂ ਸੋਚਿਆ ਕਿ ਮੇਰੀ ਮਾਂ ਨੇ ਮੈਨੂੰ ਜਨਮ ਦਿੱਤਾ, ਮੈਨੂੰ ਪਾਲਿਆ ਲਿਖਾਇਆ ਪੜ੍ਹਾਇਆ। ਕਹਿੰਦੇ ਇੰਨਾ ਵੀ ਸੋਚ ਨਹੀਂ ਸਕਿਆ ਕਿ ਮਾਂ ਦੇ ਨਾਲ ਮੇਰਾ ਜੀਵਨ ਆ, ਮਾਂ ਤੋਂ ਬਾਪ ਮੇਰੇ ਸਿਰ ਤੋਂ ਮਾਂ ਦਾ ਛਾਇਆ ਉੱਠ ਜਾਣਾ। ਤੇ ਕਹਿੰਦੇ ਫਿਰ ਮੈਂ ਜੀਵਨ ਕਿਸ ਦੇ ਆਸਰੇ ਬਤੀਤ ਕਰੂੰਗਾ। ਕਹਿੰਦੇ ਇੰਨਾ ਵੀ ਖਿਆਲ ਨਹੀਂ ਆਇਆ ਤੇ ਤਿੱਖੀ ਚੀਜ਼ ਚੱਕੀ ਮਾਂ ਦੇ ਕਲੇਜੇ ਦੇ ਉੱਪਰ ਸੁਰਾ ਮਾਰ ਕੇ ਕਹਿੰਦੇ ਉਹਨਾਂ ਨੇ ਦਿਲ ਕੱਢਿਆ, ਥਾਲ ਵਿੱਚ ਪਾਇਆ, ਰਮਾਨ ਨਾਲ ਢੱਕ ਕੇ ਜਦੋਂ ਤੁਰਨ ਲੱਗਾ ਨਾ, ਕਹਿੰਦੇ ਕਾਲੀ ਕਦਮੀ ਤੁਰਿਆ ਤੇ ਅੜਕ ਕੇ ਡਿੱਗਿਆ ਤੇ ਉਹ ਦਿਲ ਚੋਂ ਆਵਾਜ਼ ਆਈ ਕਿ ਪੁੱਤ ਤੇਰੇ ਸੱਟ ਤਾਂ ਨਹੀਂ ਲੱਗੀ। ਉਹ ਫੇਰ ਨਹੀਂ ਸਮਝਿਆ ਕਿ ਮਾਂ ਦਾ ਦਿਲ ਵੀ ਮੈਨੂੰ ਬੋਲ ਰਿਹਾ ਕਿ ਪੁੱਤ ਸੱਟ ਤਾਂ ਨਹੀਂ ਲੱਗੀ। ਕਹਿੰਦੇ ਜੇ ਅਸੀਂ ਮਾਂ ਦਾ ਦਿਲ ਦਿਖਾਉਂਦੇ ਆ ਨਾ, ਕਹਿੰਦੇ ਫਿਰ ਸੱਚ ਜਾਣੇ ਇਸ ਦੁਨੀਆ ਤੇ ਸਾਡੇ ਵਰਗਾ ਪਾਪੀ ਕੋਈ ਨਹੀਂ, ਕਿਉਂਕਿ ਅਸੀਂ ਪਾਪ ਤਾਂ ਬਹੁਤ ਕਮਾ ਲਏ, ਪਰ ਜੇ ਉਸ ਮਾਂ ਦੇ ਨਾਲ ਅਸੀਂ ਲੜਾਂਗੇ ਝਗੜਾਂਗੇ ਤੇ ਕਹਿੰਦੇ ਫਿਰ ਉਹਨੇ ਵੱਡਾ ਪਾਪੀ ਕੋਈ ਨਹੀਂ। ਕਹਿੰਦੇ ਦੁਨੀਆ ਤੇ ਲੱਖਾਂ ਹੀ ਐਸੇ ਇਨਸਾਨ ਹੋਣਗੇ, ਐਸੇ ਬੱਚੇ ਹੋਣਗੇ ਜਿਨ੍ਹਾਂ ਦੇ ਘਰ ਮਾਂ ਹੈ ਹੀ ਨਹੀਂ। ਕਹਿੰਦੇ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਮਾਂ ਦਾ ਪਿਆਰ ਕੀ ਹੈ। ਕਹਿੰਦੇ ਉਹ ਕਹਿੰਦੇ ਨੇ ਜੇ ਸਾਡੇ ਕੋਲ ਮਾਂ ਹੁੰਦੀ ਤਾਂ ਅਸੀਂ ਸੇਵਾ ਕਰਦੇ, ਸਾਨੂੰ ਪਿਆਰ ਮਿਲਦਾ। ਤੇ ਕਹਿੰਦੇ ਦੂਸਰੇ ਨੇ ਕਿ ਮਾਂ ਦੇ ਨਾਲ ਲੜਦੇ ਨੇ, ਝਗੜਦੇ ਨੇ। ਸੋ ਮੈਂ ਆਪਣੀ ਗੱਲ ਤੇ ਵਾਪਸ ਆਵਾਂ। ਕਹਿੰਦੇ ਜਦੋਂ ਥਾਲੀ ਦੇ ਵਿੱਚ ਪਾਇਆ, ਦਿਲ ਲੈ ਕੇ ਤੁਰਨ ਲੱਗਾ, ਅਟਕ ਕੇ ਡਿੱਗਿਆ ਤੇ ਦਿਲ ਨੇ ਆਵਾਜ਼ ਦਿੱਤੀ ਕਿ ਪੁੱਤ ਤੇਰੇ ਸੱਟ ਤਾਂ ਨਹੀਂ ਲੱਗੀ। ਤੇ ਕਹਿੰਦੇ ਕਾਲੇ ਕਦਮੀ ਫਿਰ ਚੱਕਦਾ, ਦਿਲ ਨੂੰ ਫਿਰ ਚੱਕ ਕੇ ਥਾਲੀ ਵਿੱਚ ਰੱਖ ਕੇ ਉੱਪਰੋਂ ਰੁਮਾਲ ਨਾਲ ਢੱਕ ਕੇ ਲੈ ਕੇ ਜਾਂਦਾ ਤੇ ਉਸ ਹੋਣੀ ਅੱਗੇ ਪੇਸ਼ ਕਰਦਾ। ਤੇ ਹੋਣੀ ਅੱਗੋਂ ਹੱਸ ਕੇ ਕਹਿ ਦਿੰਦੀ ਹੈ ਕਿ ਤੂੰ ਇਹ ਕੀ ਕੀਤਾ, ਜੋ ਤੂੰ 12-13 ਸਾਲ ਆਪਣੀ ਮਾਂ ਦਾ ਨਾ ਹੋ ਸਕਿਆ, ਤੂੰ ਉਸ ਦਾ ਦਿਲ ਕੱਢ ਕੇ ਮੇਰੇ ਅੱਗੇ ਲਿਆ ਕੇ ਰੱਖਤਾ। ਤੇ ਕਹਿੰਦੇ ਫਿਰ ਕੀ ਕੀਤਾ। ਕਹਿੰਦੇ ਤੂੰ ਮੇਰਾ ਕਿਵੇਂ ਹੋ ਜਾਏਗਾ। ਤੇ ਕਹਿੰਦੇ ਫਿਰ ਇੰਨੇ ਨੂੰ ਕਹਿ ਕੇ ਉਹ ਗਾਇਬ ਹੋ ਗਈ। ਬੱਚਾ ਰੋਣ ਲੱਗ ਗਿਆ ਤੇ ਸੋਚਦਾ ਕਿ ਮੈਂ ਮਾਂ ਦਾ ਦਿਲ ਤਾਂ ਕੱਢ ਲਿਆ। ਬਾਅਦ ਚੋਂ ਆਪਣੇ ਮੱਥੇ ਦੇ ਹੱਥ ਮਾਰ ਕੇ ਕਹਿ ਦਿੰਦਾ ਕਿ ਮੈਂ ਆਪਣੀ ਮਾਂ ਦਾ ਕਤਲ ਆਪ ਹੀ ਕਰਤਾ। ਤੇ ਕਹਿੰਦੇ ਫਿਰ ਆਪਦੇ ਘਰ ਜਾਂਦਾ, ਜਦੋਂ ਉਹ ਮਾਂ ਦੀ ਦੇਹ ਨੂੰ ਦੇਖਦਾ, ਖੂਨ ਨਾਲ ਭਿੱਜੀ ਹੋਈ ਨੂੰ ਦੇਖਦਾ, ਤੇ ਕਹਿੰਦੇ ਉਹੀ ਛੁਰਾ ਆਪਣੇ ਦਿਲ ਤੇ ਮਾਰ ਕੇ ਆਪ ਵੀ ਮਰ ਜਾਂਦਾ। ਜੋ ਮਾਂ ਦੀ ਮਮਤਾ ਕਰ ਸਕਦੀ ਹੈ, ਕਹਿੰਦੇ ਦੁਨੀਆ ਦੀ ਕੋਈ ਵੀ ਚੀਜ਼ ਹੋਵੇ, ਕੋਈ ਵੀ ਤਾਕਤ ਹੋਵੇ, ਕਹਿੰਦੇ ਮਾਂ ਵਾਂਗੂ ਰੁਤਬਾ ਜੋ ਮਾਂ ਦਾ ਹੈ ਉਸ ਵਰਗਾ ਕੋਈ ਨਹੀਂ। ਜੋ ਮਾਂ ਇਸ ਦੁਨੀਆ ਤੇ ਬੱਚੇ ਲਈ ਕਰ ਸਕਦੀ ਹੈ, ਆਪਣੀਆਂ ਅੱਖਾਂ ਤੱਕ ਦੇ ਸਕਦੀ ਹੈ, ਆਪਣਾ ਦਿਲ ਤੱਕ ਦੇ ਸਕਦੀ ਹੈ, ਕਹਿੰਦੇ ਉਹ ਹੋਰ ਕੋਈ ਨਹੀਂ ਹੋ ਸਕਦੀ। ਤੇ ਮਾਂ ਦੀਆਂ ਉਦਾਹਰਨਾਂ ਸਾਨੂੰ ਮਿਲਦੀਆਂ ਨੇ ਕਿ ਮਾਂ, ਇੱਕ ਕਹਾਣੀ ਆਉਂਦੀ ਹੈ ਕਿ ਇੱਕ ਅੱਖ ਵਾਲੀ ਮਾਂ, ਕਹਿੰਦੇ ਬੱਚਾ ਇਸ ਦੇ ਘਰ ਜਨਮਿਆ, ਖੇਡਾਂ ਖੇਡਦੇ ਤੇ ਉਸਦੇ ਅੱਖ ਦੇ ਵਿੱਚ ਕੁਝ ਚੀਜ਼ ਵੱਜੀ ਤੇ ਇੱਕ ਅੱਖ ਤੋਂ ਕਾਣਾ ਹੋ ਗਿਆ। ਤੇ ਮਾਂ ਨੇ ਡਾਕਟਰ ਦੇ ਪਾਸ ਲੈ ਕੇ ਗਈ ਭੱਜ ਕੇ ਕਿ ਬੱਚੇ ਨੂੰ, ਮੇਰੇ ਨਾਲ ਦੇ ਜੋ ਬੱਚੇ ਨੇ ਕਹਿੰਦੇ ਘਰਾਂ ਦੇ ਲਾਗੇ ਇਸ ਨੂੰ ਕਾਣਾ ਕਾਣਾ ਕਹਿ ਕੇ ਬੁਲਾਉਣਗੇ
ਤੇ ਡਾਕਟਰ ਨੂੰ ਕਹਿੰਦੀ ਇਸ ਦਾ ਹੱਲ ਕਰੋ, ਕੁਝ ਨਾ ਕੁਝ ਕਰਕੇ ਦਿਓ। ਤੇ ਕਹਿੰਦੇ ਫਿਰ ਉਸ ਡਾਕਟਰ ਨੇ ਕਿਹਾ ਕਿ ਇਸ ਦਾ ਹੱਲ ਹੋ ਸਕਦਾ ਤੇ ਇੱਕ ਗੱਲ ਨਾਲ ਹੱਲ ਹੋ ਸਕਦਾ। ਤੇ ਮਾਂ ਪੁੱਛਦੀ ਹੈ ਕਿਸ ਤਰ੍ਹਾਂ? ਕਹਿੰਦੇ ਜੇ ਕੋਈ ਆਪਣੀ ਅੱਖ ਦੇਣ ਲਈ ਕੋਈ ਮੰਨ ਜਾਵੇ ਤੇ ਉਹ ਅੱਖ ਦੇ ਪੈ ਸਕਦੀ ਆ ਤੇ ਦੇਖ ਸਕਦਾ। ਤੇ ਕਹਿੰਦੇ ਮਾਂ ਨੇ ਕੁਝ ਵੀ ਨਹੀਂ ਸੋਚਿਆ, ਉਸ ਡਾਕਟਰ ਨੂੰ ਕਹਿੰਦੀ ਮੇਰੀ ਅੱਖ ਲੈ ਲੈ, ਇਸ ਦੇ ਪਾ ਦੇ ਤੇ ਇਸ ਨੂੰ ਦੇਖਣ ਲਾ ਦੇ। ਤੇ ਜਦੋਂ ਮਾਂ ਨੇ ਇੰਨੀ ਕਿਹਾ ਤੇ ਡਾਕਟਰ ਨੇ ਉਸ ਦੀ ਅੱਖ ਮਾਂ ਦੀ ਕੱਢੀ ਤੇ ਉਸ ਦੇ ਪਾ ਕੇ ਉਸ ਨੂੰ ਦੋਨਾਂ ਅੱਖਾਂ ਤੋਂ ਦਿਖਣ ਲਾ ਦਿੱਤਾ। ਬੱਚਾ ਕੁਝ ਸੰਭਲਿਆ, ਸਕੂਲ ਵਿੱਚ ਪੜ੍ਹਨ ਗਿਆ। ਉਹ ਸੋਚਦਾ ਸੀ ਕਿ ਮੇਰੀ ਮਾਂ ਸਕੂਲੇ ਨਾ ਹੀ ਆਵੇ ਤਾਂ ਚੰਗੀ ਗੱਲ ਆ। ਉਸ ਨੂੰ ਪਤਾ ਸੀ ਕਿ ਮੇਰੀ ਮਾਂ ਇੱਕ ਅੱਖੋਂ ਕਾਣੀ ਆ। ਉਸ ਨੂੰ ਸਾਰੇ ਬੱਚੇ ਮੈਨੂੰ ਕਹਿਣਗੇ ਕਿ ਤੇਰੀ ਮਾਂ ਕਾਣੀ ਆ। ਕਹਿੰਦਾ ਮੈਨੂੰ ਤਾਂ ਬਰਦਾਸ਼ਤ ਨਹੀਂ ਹੋਵੇਗਾ ਕਿ ਮੇਰੀ ਮਾਂ ਨਾ ਹੀ ਆਵੇ ਤਾਂ ਚੰਗੀ ਗੱਲ ਆ। ਕਹਿੰਦੇ ਕੁਝ ਵੱਡਾ ਹੋਇਆ, ਸ਼ਹਿਰ ਪੜ੍ਹਨ ਗਿਆ, ਉੱਥੇ ਹੀ ਰਹਿਣ ਲੱਗ ਗਿਆ ਤੇ ਮਾਂ ਦੀ ਪਿੱਛੇ ਖਬਰਸਾਰ ਵੀ ਨਹੀਂ ਲਈ। ਮਾਂ ਨੂੰ ਛੱਡ ਕੇ ਚਲੇ ਗਿਆ, ਵਿਆਹ ਕਰਾ ਲਿਆ। ਵਿਆਹ ਵਾਲਾ ਦਿਨ ਤੇ ਮਾਂ ਘਰੇ ਝਾੜੂ ਮਾਰ ਰਹੀ ਆ ਤੇ ਉਹਦੇ ਯਾਰ ਦੋਸਤ ਉੱਥੋਂ ਦੀ ਲੰਘ ਰਹੇ ਨੇ ਤੇ ਮਾਂ ਨੂੰ ਪੁੱਛਣ ਲੱਗੇ, ਕਹਿੰਦੇ ਮਾਤਾ ਜੀ ਤੇਰੇ ਪੁੱਤਰ ਦਾ ਵਿਆਹ ਅੱਜ, ਤੁਸੀਂ ਨਹੀਂ ਜਾਣਾ? ਤੁਹਾਨੂੰ ਕਾਰਡ ਨਹੀਂ ਆਇਆ? ਕਹਿੰਦੀ ਪੁੱਤ ਕਾਰਡ ਦਾ ਤਾਂ ਮੈਨੂੰ ਆਇਆ, ਮੈਂ ਪਰ ਕਿਤੇ ਰੱਖ ਬੈਠੀ ਆ, ਮੈਂ ਭੁੱਲ ਬੈਠੀ ਆ। ਤੇ ਕਹਿੰਦੇ ਫਿਰ ਕਹਿੰਦੇ ਪੁੱਤ ਮੈਂ ਦੇਖਣਾ ਹੀ ਨਹੀਂ ਚਾਹੁੰਦੀ। ਕਹਿੰਦੇ ਦੇਖਿਆ ਵੀ ਕੀ? ਕਹਿੰਦੇ ਮੈਂ ਤਰੀਕ ਵੀ ਨਹੀਂ ਭੁੱਲ ਗਈ, ਮੈਂ ਡੇਟ ਵੀ ਭੁੱਲ ਗਈ। ਕਹਿੰਦੇ ਹੋ ਸਕੇ ਤੇਰੇ ਕੋਲ ਕਾਰਡ ਹੈ ਤਾਂ ਮੈਨੂੰ ਲਿਆ ਕੇ ਦੇਵੀਂ, ਸ਼ਾਇਦ ਮੈਂ ਐਡਰੈਸ ਦੇ ਉੱਤੇ ਪਹੁੰਚ ਜਾਵਾਂ। ਤੇ ਮਾਂ ਇੰਨਾ ਕਹਿ ਕੇ ਆਪਣਾ ਕੰਮ ਕਰਨ ਲੱਗ ਜਾਂਦੀ ਹੈ ਤੇ ਉਹ ਬੱਚਾ ਜੋ ਉਹਨੂੰ ਮਿਲਣ ਆਉਂਦਾ, ਦੋਸਤ ਉਸਦਾ ਉੱਥੋਂ ਦੀ ਲੰਘਦਾ ਤੇ ਉਹ ਵਿਆਹ ਕਰਾ ਕੇ ਵੀ ਕਹਿੰਦੇ ਉੱਥੇ ਰਹਿੰਦਾ। ਕੁਝ ਸਮੇਂ ਬਾਅਦ ਪਤਾ ਲੱਗਦਾ ਕਿ ਮੇਰਾ ਪੁੱਤਰ ਇਸ ਜਗ੍ਹਾ ਤੇ ਰਹਿ ਰਿਹਾ ਤੇ ਉਹ ਮਾਂ ਦੇ ਨਾਲ ਮਿਲਣ ਜਾਂਦੀ ਆ। ਮਾਂ ਨੂੰ ਮਿਲਣ ਦਾ ਚਾਹਵਾਨ ਤਾਂ ਹੁੰਦਾ ਪਰ ਅੰਦਰੋਂ ਕਹਿੰਦੇ ਮਿਲਣ ਦੀ ਚਾਹਵਾਨ ਉਸ ਦੀ ਪਤਨੀ ਨਹੀਂ ਕਰਨ ਦਿੰਦੀ। ਕਿਉਂਕਿ ਇਨਸਾਨ ਸੋਚਦਾ ਜਿਸ ਨਾਲ ਮੈਂ ਪ੍ਰੀਤ ਬਣਾਈ ਆ, ਜੇ ਮੈਂ ਇਸ ਨਾਲ ਪ੍ਰੀਤ ਬਣਾ ਕੇ ਰੱਖਾਂਗਾ ਤੇ ਸੰਸਾਰ ਅੰਦਰ ਚੱਲ ਸਕਾਂਗਾ। ਕਹਿੰਦੇ ਮਾਂ ਉੱਥੇ ਪਹੁੰਚੀ, ਉਸਦੇ ਚੂੜਾ ਪਾਇਆ ਤੇ ਮਾਂ ਪਹੁੰਚੀ ਆ ਤੇ ਮਾਂ ਕਹਿੰਦੀ ਦੇਖਦੀ ਆ ਕਿ ਇਸ ਸੰਸਾਰ ਅੰਦਰ ਮਾਵਾਂ ਨੂੰ ਸੰਭਾਲਣ ਵਾਲੇ ਬਹੁਤ ਹੁੰਦੇ ਨੇ, ਪਰ ਕੁਝ ਐਸੇ ਵੀ ਹੁੰਦੇ ਨੇ ਜੋ ਮਾਂ ਨੂੰ ਘਰ ਪਹੁੰਚਣ ਨੂੰ ਵੀ ਧੱਕਾ ਦੇ ਸਕਦੇ ਨੇ। ਤੇ ਮਾਂ ਦੀ ਮਮਤਾ ਜਾਗੀ ਉਹ ਆਪਣੇ ਪੁੱਤਰ ਨੂੰ ਮਿਲਣ ਗਈ ਤੇ ਉਸਨੇ ਜੋ ਉਸਦੀ ਨੂੰਹ ਸੀ ਉਸਦੀ, ਤੇ ਕਹਿੰਦੇ ਉਹਨਾਂ ਨੇ ਪੁੱਛਿਆ ਕਿ ਮਾਤਾ ਜੀ ਤੁਸੀਂ? ਕਹਿੰਦੀ ਪੁੱਤ ਮੈਂ ਮਾਂ ਮਾਂ। ਕਹਿੰਦੇ ਹਾਂ ਤੂੰ ਮਾਂ ਮਾਂ, ਪਰ ਕੀ ਚਾਹੀਦਾ ਤੈਨੂੰ? ਕਹਿੰਦੇ ਜਿਸ ਨਾਲ ਤੇਰਾ ਵਿਆਹ ਹੋਇਆ ਮੈਂ ਉਸਦੀ ਮਾਂ ਮਾਂ। ਉਹ ਸੋਚਦਾ ਕਿ ਹੁਣ ਇੱਥੇ ਕੋਈ ਨਹੀਂ ਆਵੇਗਾ, ਹੁਣ ਮੈਂ ਐਸ਼ ਨਾਲ ਜ਼ਿੰਦਗੀ ਜੀਵਾਂਗਾ। ਪਰ ਜਦੋਂ ਉਹ ਕਾਲ ਕਰਦੀ ਆ, ਫੋਨ ਕਰਦੀ ਆ, ਆਪਣੇ ਪਤੀ ਨੂੰ ਦੱਸਦੀ ਆ ਕਿ ਆਪਣੇ ਦਰਵਾਜ਼ੇ ਤੇ ਕੋਈ ਬੁੱਢੀ ਔਰਤ ਆਈ ਆ ਜੋ ਇੱਕ ਅੱਖ ਤੋਂ ਮੈਨੂੰ ਕਾਣੀ ਜਾਪਦੀ, ਉਹਦੀ ਸ਼ਕਲ ਵੀ ਸੋਹਣੀ ਨਹੀਂ ਤੇ ਉਸਦੇ ਮੱਥੇ ਅੰਦਰ ਇੱਕ ਟਣਕਾਰ ਪਈ ਕਿ ਮਾਂ ਆ ਗਈ। ਉਹ ਕਹਿੰਦਾ ਇਹਨੂੰ ਭਜਾ ਦੇ, ਕੁਝ ਨਾ ਦੇ, ਇੱਥੋਂ ਇਹਨੂੰ ਭਜਾ ਦੇ। ਮੇਰੀ ਮਾਂ ਤਾਂ ਮੇਰੇ ਹੋਣ ਤੇ ਹੀ ਚੜ੍ਹਾਈ ਕਰ ਗਈ ਸੀ। ਤੇ ਕੁਝ ਸਮੇਂ ਬਾਅਦ ਕਹਿੰਦੇ ਉਹ ਜਦੋਂ ਅੰਦਰੋਂ ਆਈ, ਉਸ ਬੱਚੇ ਦੇ ਘਰੋਂ ਜਦੋਂ ਅੰਦਰੋਂ ਆਈ ਨਾ
ਤੇ ਮਾਂ ਨੂੰ ਕਹਿਣ ਲੱਗੀ, ਮਾਂ ਤੂੰ ਉਸ ਦੀ ਮਾਂ ਨਹੀਂ। ਉਹ ਤਾਂ ਕਹਿੰਦਾ ਕਿ ਮਾਂ ਤਾਂ ਮੇਰੀ ਚੜ੍ਹਾਈ ਕਰ ਗਈ, ਮੇਰਾ ਇਸ ਸੰਸਾਰ ਅੰਦਰ ਹੈ ਹੀ ਕੋਈ ਨਹੀਂ। ਕਹਿੰਦੇ ਫਿਰ ਇਹ ਸੋਚ ਲਿਓ, ਜੇ ਆਪਾਂ ਕਹਿ ਦੇਵਾਂਗੇ ਨਾ ਕਿ ਸੰਸਾਰ ਅੰਦਰ ਹੈ ਹੀ ਕੋਈ ਨਹੀਂ, ਕਹਿੰਦੇ ਫਿਰ ਰੱਬ ਵੀ ਉਹ ਤੋਂ ਦੂਰ ਹੋ ਜਾਂਦਾ। ਰੱਬ ਕਹਿੰਦਾ ਜੇ ਤੇਰੀ ਮਾਂ ਹੀ ਤੈਨੂੰ ਸੰਸਾਰ ਅੰਦਰ ਹੈ ਬੈਠੀ ਆ, ਜਦੋਂ ਤੂੰ ਉਹਨੂੰ ਕਹਿ ਹੀ ਦਿੱਤਾ ਕਿ ਇਹ ਕੋਈ ਹੈ ਹੀ ਨਹੀਂ, ਕਹਿੰਦੇ ਫਿਰ ਮੈਂ ਵੀ ਕਹਿ ਦਿੰਦਾ ਕਿ ਮੈਂ ਤੇਰੇ ਤੋਂ ਵੀ ਦੂਰ ਆ। ਤੇ ਕਹਿੰਦੇ ਜਦੋਂ ਮਾਂ ਨੂੰ ਦੱਸਿਆ ਕਿ ਮਾਤਾ ਇਸ ਸੰਸਾਰ ਅੰਦਰ ਉਸ ਦੀ ਮਾਂ ਨੇ ਚੜ੍ਹਾਈ ਕਰਤੀ ਆ, ਉਹ ਕਹਿੰਦਾ ਮੈਂ ਆਪਣੇ ਹੱਥੀਂ ਉਸ ਦਾ ਕਾਰਜ ਨਿਮੇੜ ਕੇ ਆਇਆ। ਜਦੋਂ ਇੰਨੀ ਗੱਲ ਸੁਣਦੀ ਆ, ਕਹਿੰਦੀ ਪੁੱਤ ਹੈ ਤਾਂ ਮੈਂ ਉਹਦੀ ਮਾਂ, ਕੀ ਹੋਇਆ ਜੇ ਉਹਦੇ ਅੱਖਾਂ ਤੇ ਪਰਦਾ ਪੈ ਗਿਆ, ਉਹ ਚਾਹੁੰਦਾ ਕਿ ਮੈਂ ਇਸ ਸੰਸਾਰ ਤੋਂ ਚਲੀ ਗਈ। ਕਹਿੰਦੀ ਹੋ ਸਕਦਾ ਮੈਂ ਚਲੀ ਗਈ ਹੋਵਾਂ। ਕਹਿੰਦੀ ਪੁੱਤਾਂ ਮੈਂ ਸ਼ਗਨ ਤੇ ਨਹੀਂ ਪਹੁੰਚ ਸਕੀ, ਆ ਸ਼ਗਨ ਦੇ ਪੈਸੇ ਰੱਖ ਲਾ। ਕਹਿੰਦੀ ਮਾਂ ਮੈਂ ਕਿਸ ਤਰ੍ਹਾਂ ਰੱਖ ਲਾਂ, ਮੈਂ ਨਹੀਂ ਰੱਖਣਾ, ਤੂੰ ਚਲੀ ਜਾ ਇਸ ਤੋਂ। ਤੇ ਅੱਗੋਂ ਉਸਨੇ ਬੂਹਾ ਬੰਦ ਕੀਤਾ। ਕਹਿੰਦੇ ਮਾਂ ਰੋਂਦੀ ਹੋਈ ਘਰ ਵਾਪਸ ਆ ਗਈ। ਕੁਝ ਸਮਾਂ ਲੰਘਿਆ, ਸਮੇਂ ਨੇ ਕਰਵਟ ਲਈ ਤੇ ਮਾਂ ਚੜ੍ਹਾਈ ਕਰ ਗਈ। ਹੁਣ ਉਸ ਨੂੰ ਕੰਨੀ ਖਬਰ ਪੈ ਚੁੱਕੀ ਆ ਕਿ ਮਾਂ ਮੇਰੀ ਚੜ੍ਹਾਈ ਕਰ ਗਈ। ਪਿੰਡ ਵਾਲਿਆਂ ਨੇ ਇੱਕ ਦਿਨ ਉਡੀਕਿਆ ਕਿ ਸ਼ਾਇਦ ਹੋ ਸਕੇ ਇਸ ਦਾ ਪੁੱਤਰ ਆ ਸਕੇ, ਵੀ ਸ਼ਾਇਦ ਖਬਰ ਹੀ ਨਾ ਪਹੁੰਚੀ ਹੋਵੇ। ਕਹਿੰਦੇ ਹੁਣ ਸ਼ਾਇਦ ਖਬਰ ਪਹੁੰਚ ਜਾਵੇਗੀ, ਇੱਕ ਦਿਨ ਰੱਖ ਲੈਂਦੇ ਆ। ਤੇ ਕਹਿੰਦੇ ਉਹਨੂੰ ਖਬਰ ਮਿਲੀ ਕਿ ਮਾਂ ਚੜ੍ਹਾਈ ਕਰ ਗਈ। ਫਿਰ ਉਸਦੇ ਮਨ ਦੇ ਅੰਦਰ ਠੇਸ ਤਾਂ ਜ਼ਰੂਰ ਪਹੁੰਚੀ ਕਿ ਯਾਰ ਹੈ ਤਾਂ ਪਰ ਮੇਰੀ ਮਾਂ, ਪਰ ਜਾਣਾ ਤਾਂ ਚਾਹੀਦਾ ਨਾ, ਦੇਖਣਾ ਤਾਂ ਚਾਹੀਦਾ। ਤੇ ਕਹਿੰਦੇ ਉਹ ਜਾਂਦੀ ਜਾਂਦੀ ਇੱਕ ਚਿੱਠੀ ਲਿਖ ਕੇ ਗਈ ਆ, ਤੇ ਪਿੰਡ ਵਾਲਿਆਂ ਨੂੰ ਫੜਾ ਕੇ ਗਈ ਆ, ਇਹਦਾ ਮੇਰੇ ਪੁੱਤਰ ਨੂੰ ਹੀ ਦੇਣਾ, ਉਹਨੂੰ ਕਵੇ ਕਿ ਉਹ ਪੜ੍ਹੇ। ਮਾਂ ਨੂੰ ਪਤਾ ਸੀ ਕਿ ਉਹ ਆਏਗਾ, ਤੇ ਮਾਂ ਉਸ ਸੰਸਾਰ ਤੋਂ ਚੜ੍ਹਾਈ ਕਰ ਗਈ। ਪਿੰਡ ਵਾਲਿਆਂ ਨੇ ਉਹਦਾ ਸੰਸਕਾਰ ਵੀ ਕਰਤਾ, ਤੇ ਸੰਸਕਾਰ ਤੋਂ ਬਾਅਦ ਭੋਗ ਵੀ ਪੈ ਗਿਆ। ਭੋਗ ਤੋਂ ਬਾਅਦ ਜਦੋਂ ਬੱਚਾ ਉਹਦੇ ਘਰ ਆਇਆ ਨਾ, ਤੇ ਮਾਂ ਨੂੰ ਦੇਖਦਾ, ਕਹਿੰਦੇ ਬੱਚਾ ਘਰ ਦੇਖ ਰਿਹਾ ਕਿ ਜਿਹੜੀ ਮੈਨੂੰ ਰਾਤਾਂ ਨੂੰ ਉਡੀਕ ਉਡੀਕ ਕੇ ਸੰਸਾਰ ਅੰਦਰ ਦੇਖਦੀ ਸੀ, ਕਹਿੰਦੇ ਉਹ ਮਾਂ ਇਸ ਦੁਨੀਆ ਤੇ ਅੱਜ ਨਹੀਂ ਰਹੀ। ਤੇ ਕਿਸੇ ਪਿੰਡ ਵਾਲੇ ਨੇ ਦੇਖਿਆ ਕਿ ਬੱਚਾ ਉਸ ਦਾ ਪੁੱਤਰ ਆਇਆ, ਤੇ ਕਹਿੰਦੇ ਉਹ ਚਿੱਠੀ ਲਿਖੀ ਸੀ ਉਹਦੇ ਹੱਥਾਂ ਵਿੱਚ ਫੜਾਈ, ਤੇ ਹੱਥਾਂ ਵਿੱਚ ਫੜਾ ਕੇ ਕਹਿੰਦਾ ਅਸੀਂ ਇਹ ਕਿਸੇ ਨੇ ਪੜ੍ਹੀ ਨਹੀਂ, ਇਸ ਨੂੰ ਤੂੰ ਪੜ੍ਹ, ਤੇਰੀ ਮਾਂ ਕਹਿ ਕੇ ਗਈ ਸੀ ਉਹੀ ਪੜ੍ਹੇ, ਇਸ ਨੂੰ ਕੋਈ ਹੋਰ ਨਾ ਪੜ੍ਹਿਓ। ਕਹਿੰਦੇ ਜਦੋਂ ਬੱਚੇ ਨੇ ਚਿੱਠੀ ਖੋਲੀ ਤੇ ਉਸ ਦੇ ਅੰਦਰ ਲਿਖਿਆ ਸੀ, ਪੁੱਤ ਤੂੰ ਮੈਨੂੰ ਕਾਣੀ ਕਾਣੀ ਕਹਿ ਕੇ ਕਹਿੰਦਾ ਰਿਹਾ ਨਾ, ਕਹਿੰਦੇ ਅਸਲ ਕਾਣੀ ਮੈਂ ਨਹੀਂ, ਅਸਲ ਕਾਣੀ ਤੂੰ ਸੀ ਅਸਲ ਕਾਣਾ। ਤੇਰੇ ਛੋਟੇ ਹੁੰਦੇ ਦੇ ਖੇਡਦਿਆਂ ਤੇਰੇ ਅੱਖ ਵਿੱਚ ਕੋਈ ਚੀਜ਼ ਵੱਜੀ, ਤੇਰੀ ਅੱਖ ਖਰਾਬ ਹੋ ਗਈ। ਮੈਂ ਨਹੀਂ ਚਾਹੁੰਦੀ ਸੀ ਕਿ ਤੇਰੀ ਇੱਕ ਅੱਖ ਨਾਲ ਤੂੰ ਦੇਖੇ, ਵੀ ਤੈਨੂੰ ਕੋਈ ਲੋਕ ਕਾਣਾ ਕਹਿਣ। ਕਹਿੰਦੇ ਅਸਲ ਵਿੱਚ ਤਾਂ ਮੈਂ ਉਸ ਰੱਬ ਤੋਂ ਤੈਨੂੰ ਦਾਤ ਪ੍ਰਾਪਤ ਕੀਤੀ, ਤੇ ਤੈਨੂੰ ਮੈਂ ਪ੍ਰਾਪਤ ਕੀਤਾ, ਤੇਰੇ ਨਾਲ ਮੇਰਾ ਮੋਹ ਵਧਿਆ। ਕਹਿੰਦੇ ਮੈਂ ਤੇਰੀ ਅੱਖ ਦੇਖ ਹੀ ਨਹੀਂ ਸਕਦੀ ਸੀ ਇੱਕ, ਤੇ ਮੈਂ ਆਪਣੀ ਅੱਖ ਕੱਢੀ ਤੇ ਤੇਰੀ ਅੱਖ ਵਿੱਚ ਪਵਾ ਕੇ ਤੈਨੂੰ ਦੋਨੇ ਅੱਖਾਂ ਨਾਲ ਦਿਸਣ ਲਾਇਆ। ਪੁੱਤ ਇੱਕ ਅੱਖ ਮੇਰੀ ਚੰਗੀ ਸੀ ਤੇ ਇੱਕ ਮੰਦੀ ਸੀ, ਜੋ ਮੰਦੀ ਸੀ ਮੇਰੇ ਕੋਲ ਰਹਿ ਗਈ, ਜੋ ਚੰਗੀ ਸੀ ਕਹਿੰਦੇ ਤੇਰੇ ਕੋਲ ਚਲੇ ਗਈ। ਤੇ ਕਹਿੰਦੇ ਫੇਰ ਤੂੰ ਕੀ ਕੀਤਾ, ਤੂੰ ਦੋਨੇ ਅੱਖਾਂ ਨਾਲ ਦੇਖ ਤਾਂ ਸਕਿਆ, ਪਰ ਆਪਣੀ ਮਾਂ ਦੇ ਹਿਰਦੇ ਨੂੰ ਸਮਝ ਹੀ ਨਹੀਂ ਸਕਿਆ ਕਿ ਤੇਰੀ ਮਾਂ ਤੇਰੇ ਨਾਲ ਕੀ ਕਰ ਸਕਦੀ ਹੈ। ਕਹਿੰਦੇ ਅਸਲ ਵਿੱਚ ਕਾਣਾ ਤੂੰ ਸੀ, ਕਾਣੀ ਮੈਂ ਨਹੀਂ। ਤੇ ਕਹਿੰਦੇ ਜਦੋਂ ਅੱਖਾਂ ਪਵਾਈਆਂ, ਇੰਨੀ ਗੱਲ ਸੁਣੀ
ਤੇ ਅੱਖਾਂ ਤੇ ਹੱਥ ਮਾਰ ਕੇ ਕਹਿਣ ਲੱਗਾ ਕਿ ਮੈਂ ਕੀ ਅਨਰਥ ਕਰ ਦਿੱਤਾ, ਜੋ ਮੈਂ ਉਸ ਰੱਬ ਵਰਗੀ ਮਾਂ ਨੂੰ ਹੀ ਮੰਦੇ ਸ਼ਬਦ ਕਹੇ, ਮੰਦਾ ਬੋਲਿਆ। ਅਸਲ ਤਾਂ ਕਾਣਾ ਮੈਂ ਸੀ, ਮੇਰੀ ਮਾਂ ਨਹੀਂ ਸੀ, ਤੇ ਮੈਂ ਉਹਦੀ ਮਾਂ ਨੂੰ ਹੀ ਕਾਣੀ ਕਹੀ ਗਿਆ। ਮੈਂ ਸੋਚਦਾ ਸੀ ਕਿ ਮੈਨੂੰ ਨਾ ਹੀ ਮਿਲਣਾ ਆਵੇ ਤਾਂ ਚੰਗੀ ਗੱਲ ਹੈ, ਮੇਰੇ ਕਾਲਜ ਸਕੂਲ 'ਚ ਨਾ ਆਵੇ ਤਾਂ ਚੰਗੀ ਗੱਲ ਹੈ। ਕਹਿੰਦੇ ਪਰ ਮਾਂ ਨੇ ਏਡੀ ਬਹਾਦਰੀ ਕੀਤੀ ਕਿ ਮੇਰੇ ਛੋਟੇ ਹੁੰਦਿਆਂ ਅੱਖ ਦੇ ਵਿੱਚ ਚੀਜ਼ ਵੱਜੀ, ਮੇਰੀ ਅੱਖ ਨਿਕਲੀ ਤੇ ਮਾਂ ਨੇ ਆਪਣੀ ਅੱਖ ਮੇਰੀ ਅੱਖ 'ਚ ਪਵਾ ਕੇ ਮੈਨੂੰ ਦੋਨੇ ਅੱਖਾਂ ਨਾਲ ਦਿਸਣ ਲਾਇਆ। ਕਹਿੰਦੇ ਪਿਆਰ ਵਾਲਿਓ, ਸੱਚ ਜਾਣਿਓ, ਜੇ ਮਾਂ ਦੀ ਮਮਤਾ ਇੰਨੀ ਜਾਗਦੀ ਹੈ ਨਾ, ਜੇ ਕਿਸੇ ਉਸ ਨੂੰ ਦੁੱਖ ਦਿੰਦੇ ਆ ਨਾ, ਕਹਿੰਦੇ ਅਸੀਂ ਅਪਰਾਧ ਕਮਾਉਂਦੇ ਆ। ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੇਤਨਾ ਰਾਖਸ ਚੇਤੇ। ਕਹਿੰਦੇ ਫਿਰ ਮਾਤਾ ਚੇਤੇ ਨਹੀਂ ਰੱਖਦੀ, ਜਿੰਨੇ ਮਰਜੀ ਪਾਪ ਕਮਾਏ ਹੋਣ। ਜੇ ਕਹਿੰਦੇ ਉਸ ਮਾਤਾ ਦੇ ਬਚਨਾਂ ਨੂੰ ਸਮਝਿਆ ਜਾਵੇ, ਕਹਿੰਦੇ ਮੇਰੇ ਸਾਰੇ ਅਵਗੁਣਾਂ ਨੂੰ ਖੰਡਨ ਕਰ ਸਕਦੀ ਹੈ। ਰਾਮਈਆ ਹੋ ਬਾਰਿਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਕਹਿੰਦੇ ਮੇਰੇ ਸਾਰੇ ਗੁਨਾਹਾਂ ਨੂੰ ਮਾਫ ਕਰ ਦਿਓ, ਤਾਂ ਜੋ ਉਸ ਸਮੇਂ ਅੰਦਰ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਨਿਵਾਸ ਕਰ ਸਕਾਂ। ਤੇ ਉਸ ਮਾਂ ਨੂੰ ਕਹਿੰਦਾ ਜਗਿਆਸੂ, ਉਸ ਪੁੱਤਰ ਜੋ ਮਾਂ ਨੂੰ ਕਹਿ ਰਿਹਾ ਕਿ ਉਸ ਮਾਂ ਨੂੰ ਤਾਂ ਮੈਂ ਦੇਖਿਆ ਸੰਸਾਰ ਅੰਦਰ, ਪਰ ਅਨੇਕਾਂ ਤਰ੍ਹਾਂ ਦੀਆਂ ਉਦਾਹਰਨਾਂ ਵੀ ਸਾਨੂੰ ਮਿਲਦੀਆਂ। ਸੋ ਪਿਆਰ ਵਾਲਿਓ, ਆਪਣੀ ਮਾਂ ਨੂੰ ਬੋਲਿਆ ਨਾ ਕਰੋ, ਮੰਦਾ ਨਾ ਬੋਲੋ, ਕਿਉਂਕਿ ਜੇ ਉਸ ਦੇ ਹਿਰਦੇ ਨੂੰ ਠੇਸ ਪਹੁੰਚਦੀ ਹੈ ਨਾ, ਅਸੀਂ ਪਹੁੰਚਾਉਂਦੇ ਆ, ਪਰ ਮਾਂ ਦੀ ਮਮਤਾ ਅੰਦਰੋਂ ਜਾਗਦੀ ਆ, ਉਹ ਫਿਰ ਵੀ ਬੱਚੇ ਦਾ ਚੰਗਾ ਹੀ ਸੋਚੇਗੀ। ਸੋ ਅਸੀਂ ਵੀ ਆਪਣੇ ਮਾਤਾ ਦਾ ਸਤਿਕਾਰ ਕਰੀਏ, ਬਾਪ ਦਾ ਸਤਿਕਾਰ ਕਰੀਏ, ਤਾਂ ਜੋ ਇਸ ਸੰਸਾਰ ਅੰਦਰ ਰਹਿੰਦੇ ਹੋਏ ਕਿਤੇ ਨਾ ਹੋਵੇ ਸਾਡੇ ਮਾਂ-ਬਾਪ ਸਾਤੋਂ ਦੂਰ ਹੋ ਜਾਣ। ਕਿਤੇ ਨਾ ਹੋਵੇ ਕਿ ਜੋ ਸੰਸਾਰ ਅੰਦਰ ਅਨੇਕਾਂ ਤਰ੍ਹਾਂ ਦੇ ਇਨਸਾਨ ਨੇ, ਬੱਚੇ ਨੇ, ਜਿਨ੍ਹਾਂ ਦੇ ਮਾਂ-ਬਾਪ ਨਹੀਂ, ਕਿਤੇ ਅਸੀਂ ਉਹਨਾਂ ਵਰਗੇ ਬਣ ਜਾਈਏ ਤੇ ਬਾਅਦ 'ਚ ਉਹਨਾਂ ਦੀ ਕਮੀ ਦਾ ਪਤਾ ਲੱਗੇ। ਸੋ ਪਿਆਰ ਵਾਲਿਓ, ਉਹਨਾਂ ਨਾਲ ਪਿਆਰ ਨਾਲ ਵਰਤਿਆ ਕਰੋ, ਪਿਆਰ ਨਾਲ ਰਹੋ। ਤੇ ਬੋਲਦਿਆਂ ਪਾਸੋਂ ਇੱਕ ਨਹੀਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਅੰਤ ਨੂੰ ਬੁਲਾਓ ਜੀ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।